ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਧਨ ਪਾਦ, ਪੰਕਜ ਬੰਧਨ ਸਿਮਰਨ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਨ, ਹਿਰਦੈ ਨਿਤ ਧਿਆਨ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਨ ਕੇ ਨਾਸਕ, ਬਿਘਨ ਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਬਿਸਾਲਾ, ਤਰਹੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਤਰਹੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਏਕ ਓੰਕਾਰਾ ਸਤਿਗੁਰੂ, ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ।
ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਅਤ ਉਤਸਾਹ ਧਾਰ ਪ੍ਰਸਥਾਨਾ। ਅਤ ਬੁੱਧ ਕੌਤਕ ਕਰਨ ਮਹਾਨਾ। ਪ੍ਰਥਮ ਕ੍ਰਿਤ ਹਨੂਮਾਨ ਸਮਾਨਾ। ਅਧਿਕ ਕਰਨ ਕਹੋ ਅਬੇ ਪਿਆਨਾ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ 6ਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤ ਉਤਸਾਹ ਧਾਰ ਪ੍ਰਸਥਾਨਾ। ਅਦਭੁਤ ਕੌਤਕ ਕਰਨ ਮਹਾਨਾ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ੍ਹ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ ਕਿ ਭਾਈ ਬਿਧੀ ਚੰਦ ਪਹਿਲਾ ਘੋੜਾ ਜਿਹਦਾ ਨਾਮ ਦਿਲਬਾਗ ਹੈ ਉਹ ਲੈ ਕੇ ਆਇਆ ਹੈ। ਰਾਤ ਭਰ ਭਾਈ ਜੇਠਾ ਜੀ ਨੇ ਉਹਦੀ ਮਾਲਿਸ਼ ਕਰਵਾਈ, ਖਾਣ ਵਾਸਤੇ ਕਿਨੇ ਹਾਰੀ ਰੱਖੀ, ਹਰੇ ਹਰੇ ਜਿਹੜੇ ਘਾਹ ਨੇ ਉਹ ਪਾਏ, ਪਰ ਘੋੜੇ ਨੇ ਕੁਝ ਵੀ ਖੁਸ਼ ਹੋ ਕੇ ਖਾਧਾ ਨਹੀਂ। ਕਿ ਭਾਈ ਜੇਠਾ ਜੀ ਆ ਕੇ ਦੱਸਦੇ ਨੇ ਸਤਿਗੁਰੂ ਜੀ ਜੇ ਥਕਾਵਟ ਹੁੰਦੀ ਤੇ ਰਾਤ ਤੱਕ ਲੈ ਜਾਣੀ ਸੀ, ਮਾਲਿਸ਼ ਬੜੀ ਕਰਵਾਈ, ਪਰ ਘੋੜੇ ਨੂੰ ਲੱਗਦਾ ਕੋਈ ਦੁੱਖ ਹੈ, ਇਹਦੀ ਅੱਖਾਂ ਦੇ ਵਿੱਚੋਂ ਪਾਣੀ ਵੀ ਰੁਕਦਾ ਨਹੀਂ। ਔਰ ਸਤਿਗੁਰੂ ਜੀ ਨੇ ਘੋੜੇ ਨੂੰ ਦੇਖਿਆ ਹੈ ਤੇ ਕਹਿੰਦੇ ਭਾਈ ਜੇਠਾ ਜੀ ਇਹਨੂੰ ਅੰਦਰ ਦਾ ਕੋਈ ਦੁੱਖ ਨਹੀਂ, ਕੋਈ ਥਕਾਵਟ ਨਹੀਂ। ਭਾਈ ਬਿਧੀ ਚੰਦ ਨੇ ਵੀ ਦੱਸਿਆ, ਕਹਿੰਦੇ ਨਾਲ ਇੱਕ ਘੋੜਾ ਹੋਰ ਹੈ ਕਿ ਦੋਵੇਂ ਇਕੱਠੇ ਰਹਿਣ ਕਰਕੇ ਇੱਕ ਦੂਜੇ ਨਾਲ ਪਿਆਰ ਬਣਿਆ ਹੋਇਆ ਹੈ। ਉਰੇ ਆਪਾਂ ਆਮ ਤੌਰ 'ਤੇ ਪਿੰਡਾਂ ਥਾਵਾਂ 'ਤੇ ਵੇਖਦੇ ਰਹੇ ਕਿ ਕੋਈ ਡੰਗਰ ਕੋਈ ਮੱਝ ਕੋਈ ਵੇਚੇ ਜਾਂ ਲੈ ਕੇ ਆਵੇ ਤਾਂ ਉਹਨੂੰ ਫਿਰ ਕਈ ਦਿਨ ਓਪਰਾ ਜਿਹਾ ਲੱਗਦਾ, ਇੱਕ ਚਲੀ ਜਾਵੇ ਤਾਂ ਦੂਜੀਆਂ ਚੰਗੀ ਤਰ੍ਹਾਂ ਖਾਂਦੀਆਂ ਵੀ ਨਹੀਂ। ਸਤਿਗੁਰੂ ਜੀ ਕਹਿੰਦੇ ਨੇ ਵਿਛੋੜਾ ਸਾਥੀ ਦਾ ਹੈ ਤੇ ਘੋੜੇ ਨੂੰ ਅਸੀਂ ਦੁਖੀ ਨਹੀਂ ਵੇਖ ਸਕਦੇ। ਭਾਈ ਬਿਧੀ ਚੰਦ ਜਾਂ ਤੇ ਇਹਨੂੰ ਵੀ ਉੱਥੇ ਛੱਡਿਆ ਤੇ ਜਾਂ ਫਿਰ ਜਿਹੜਾ ਉੱਥੇ ਉਹਨੂੰ ਵੀ ਲੈ ਕੇ ਆ ਜਾ। ਔਰ ਰਾਏ ਜੋਤ ਉੱਥੇ ਬੋਲ ਕੇ ਕਹਿੰਦਾ ਕਿ ਸਤਿਗੁਰੂ ਜੀ ਤੁਸੀਂ ਕਿਰਪਾ ਕਰੋ, ਤੁਹਾਡਾ ਮਿਹਰ ਭਰਿਆ ਹੱਥ ਹੋਵੇ ਬਿਧੀ ਚੰਦ ਦੇ ਸਿਰ 'ਤੇ। ਕੰਮ ਤੇ ਭਾਵੇਂ ਔਖੇ ਤੋਂ ਵੀ ਔਖਾ ਹੈ, ਪਰ ਤੁਸੀਂ ਮਾਲਕ ਤੁਸੀਂ ਕਰਵਾ ਸਕਦੇ ਹੋ। ਔਰ ਭਾਈ ਬਿਧੀ ਚੰਦ ਨੇ ਵੀ ਨਮਸਕਾਰ ਕੀਤੀ ਕਿ ਸਤਿਗੁਰੂ ਜੀ ਕਾਰਜ ਤੁਹਾਡਾ ਹੈ, ਜੇ ਸਿਰ 'ਤੇ ਹੱਥ ਤੁਹਾਡਾ ਹੋਏ ਤੇ ਫਿਰ ਮੈਂ ਨਹੀਂ ਜਾਣਦਾ ਕਿ ਉੱਥੇ ਲੱਖਾਂ ਦਾ ਪਹਿਰਾ ਹੈ। ਫਿਰ ਮੈਂ ਕਿਸੇ ਕਿਲੇ ਦੀ ਪਰਵਾਹ ਨਹੀਂ ਕਰਦਾ। ਫਿਰ ਮੇਰੇ ਸਾਹਮਣੇ ਕੋਈ ਬਾਦਸ਼ਾਹ ਚਾਹੇ ਸ਼ਾਹਜਹਾਨ ਹੋਵੇ ਤੇ ਚਾਹੇ ਕੋਈ ਹੋਰ ਹੋਵੇ, ਮੈਂ ਕਿਸੇ ਨੂੰ ਨਹੀਂ ਜਾਣਦਾ। ਬਸ ਤੁਸੀਂ ਕਿਰਪਾ ਭਰਿਆ ਹੱਥ ਰੱਖੋਗੇ ਤੇ ਘੋੜੇ ਨੂੰ ਛੱਡਣ ਦੀ ਗੱਲ ਨਾ ਕਰੋ, ਘੋੜਾ ਲਿਆਉਣ ਦੀ ਗੱਲ ਕਰੋ, ਹੁਕਮ ਦਿਓ ਮੈਂ ਲੈ ਕੇ ਆਵਾਂ। ਸਤਿਗੁਰੂ ਜੀ ਨੇ ਆਗਿਆ ਦਿੱਤੀ ਤੇ ਨਾਲੇ ਮੁਸਕਰਾਏ
ਹੁਣ ਕਵੀ ਸੰਤੋਖ ਸਿੰਘ ਜੀ ਅੱਗੇ ਲਿਖਦੇ ਨੇ ਕਿ ਭਾਈ ਬਿਧੀ ਚੰਦ ਗੁਰੂ ਸਾਹਿਬ ਜੀ ਦੀ ਆਗਿਆ ਲੈ ਕੇ ਬੜੇ ਉਤਸ਼ਾਹ ਦੇ ਨਾਲ ਇੱਕ ਬੜਾ ਅਦਭੁਤ ਮਹਾਨ ਕੌਤਕ ਕਰਨ ਚੱਲੇ ਨੇ। ਉਹ ਤੇ ਹੈ ਤੇ ਹੈਰਾਨੀ ਵਾਲਾ ਹੀ ਨਾ ਜੀ। ਭਾਈ ਬਿਧੀ ਚੰਦ ਕਹਿੰਦਾ ਪਹਿਲਾਂ ਤਾਂ ਮੈਂ ਰਾਤ ਦੇ ਹਨੇਰੇ ਵਿੱਚ ਲੈ ਕੇ ਆਇਆ ਸਾਂ, ਤੇ ਸਤਿਗੁਰੂ ਜੀ ਐਸ ਕੀ ਜੇ ਤੁਹਾਡੀ ਕਿਰਪਾ ਰਹੀ ਤਾਂ ਮੈਂ ਦਿਨ ਦਿਹਾੜੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਲੈ ਕੇ ਆਵਾਂਗਾ। ਹੁਣ ਭਾਈ ਬਿਧੀ ਚੰਦ ਜਿੱਥੋਂ ਚੱਲਿਆ ਹੈ, ਜਬ ਬੰਧਨ ਕਰ ਝੁਕਿਓ ਅਗਾਰੀ, ਥਾਪੇ ਦੇਣ ਗੁਰੂ ਬਲ ਭਾਰੀ। ਜਦੋਂ ਜਾਣ ਵਾਸਤੇ ਇਹਨੇ ਨਮਸਕਾਰ ਕੀਤੀ ਹੈ ਸਤਿਗੁਰੂ ਜੀ ਤੋਂ ਆਗਿਆ ਲਈ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਿਧੀ ਚੰਦ ਦੀ ਕੰਧ ਦੇ ਉੱਤੇ ਥਾਪੀ ਮਾਰੀ। ਭਾਰੇ ਗੁਰੂ ਨੇ ਆਪਣਾ ਭਾਰੇ ਬਲ ਜਿਹੜਾ ਬਿਧੀ ਚੰਦ ਨੂੰ ਬਖਸ਼ਿਆ। ਜਿਮ ਚਿਤ ਚਾਹੇ ਕਰਹਿ ਕੋ ਸੋ, ਤੂੰ ਕ੍ਰਿਤ ਕੋ ਅਟਕਾਏ ਨਾ ਕੋ। ਸਤਿਗੁਰੂ ਜੀ ਨੇ ਨਾਲੇ ਬਚਨ ਕਹਿ ਦਿੱਤੇ, ਬਿਧੀ ਚੰਦ ਜਿਵੇਂ ਤੂੰ ਕਰਨਾ ਚਾਹੇਗਾ ਉਵੇਂ ਹੀ ਹੋਏਗਾ। ਤੇਰੇ ਜੁਗਤੇ ਨੂੰ ਕੋਈ ਅਟਕਾ ਨਹੀਂ ਸਕਦਾ, ਕੋਈ ਰੋਕ ਨਹੀਂ ਲਾ ਸਕਦਾ। ਤੂੰ ਬੁੱਧ ਸਭ ਕੇ ਉੱਪਰ ਛਾਵੈ, ਨਰ ਬਪਰੇ ਸੁਰ ਨਹਿ ਲਖ ਪਾਵੈ। ਭਾਈ ਬਿਧੀ ਚੰਦ ਤੇਰੀ ਬੁੱਧ, ਤੇਰੀ ਅਕਲ, ਤੇਰੀ ਤਰਤੀਬ ਇਹ ਸਾਰਿਆਂ ਦੇ ਉੱਤੇ ਛਾਈ ਰਹਿਣੀ ਹੈ। ਇਹ ਵਿਚਾਰੇ ਮਨੁੱਖ ਤੇ ਕੀ ਕਿ ਤੇਰੀ ਤਰਤੀਬ ਨੂੰ ਤੇ ਦੇਵਤੇ ਵੀ ਨਹੀਂ ਸਮਝ ਸਕਦੇ। ਲੈ ਬਰ ਲਵਪੁਰ ਮਾਰਗ ਪਰਿਓ, ਔਰ ਨਿਸ਼ੰਕ ਕਿਤ ਪ੍ਰਸਨ ਤਰਾਸਣ ਧਰਿਓ। ਗੁਰੂ ਸਾਹਿਬ ਜੀ ਤੋਂ ਆਗਿਆ ਲੈ ਕੇ ਭਾਈ ਬਿਧੀ ਚੰਦ ਲਾਹੌਰ ਨੂੰ ਚੱਲ ਪਿਆ। ਔਰ ਸਤਿਗੁਰੂ ਦੇ ਚਰਨਾਂ ਦਾ ਭਰੋਸਾ, ਕਿਸੇ ਦਾ ਕੋਈ ਡਰ ਅੰਦਰ ਮਨ ਦੇ ਅੰਦਰ ਲੈ ਕੇ ਨਹੀਂ ਆਏ। ਤਿਸ ਪਿੱਛੇ ਸ੍ਰੀ ਸਤਿਗੁਰੂ ਰਹੇ, ਜੋਧਾ ਜੋਧ ਬਿਨਾ ਬਚ ਕਹੇ। ਉਸ ਤੋਂ ਬਾਅਦ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਹੀ ਦੀਨੇ ਕਾਂਗੜ ਰੁਕੇ ਹੋਏ ਨੇ ਕਿ ਰਾਏ ਜੋਧ ਵੀ ਕਈ ਦਿਨਾਂ ਤੋਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਇੱਥੇ ਆ ਕੇ ਡੇਰਾ ਲਾਇਆ ਹੈ। ਰਾਏ ਜੋਧ ਨੇ ਕਈ ਤਰ੍ਹਾਂ ਦੇ ਨਾਲ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ, ਬਾਰ-ਬਾਰ ਹੱਥ ਜੋੜ ਕੇ ਬੇਨਤੀਆਂ ਕੀਤੀਆਂ। ਡੇਰਾ ਪਰਿਓ ਭਇਓ ਚਿਰਕਾਲਾ, ਮੋਰ ਕਾਮਨਾ ਹਿਰਦੇ ਬਸਾਲਾ। ਸਤਿਗੁਰੂ ਜੀ ਇੱਥੇ ਡੇਰਾ ਲਾਏ ਨੂੰ ਆਪ ਜੀ ਨੂੰ ਕਾਫੀ ਸਮਾਂ ਬੀਤ ਗਿਆ ਹੈ। ਮੈਂ ਵੀ ਕਈ ਦਿਨਾਂ ਤੋਂ ਆਪ ਜੀ ਦੇ ਚਰਨਾਂ ਵਿੱਚ ਹਾਂ। ਮੇਰੇ ਹਿਰਦੇ ਵਿੱਚ ਇੱਕ ਵੱਡੀ ਕਾਮਨਾ ਹੈ, ਕਿਰਪਾ ਕਰੋ ਮੇਰੀ ਕਾਮਨਾ ਵੀ ਪੂਰੀ ਕਰੋ। ਔਰ ਸਤਿਗੁਰੂ ਜੀ ਕਹਿੰਦੇ ਨੇ, ਰਾਏ ਜੀ ਦੱਸੋ। ਤੀਨ ਕੋਸ ਇਸ ਥਲ ਤੇ ਪੁਰ ਹੈ, ਤਹ ਤੁਮਰੇ ਸੇਵਕ ਕੋ ਘਰ ਹੈ। ਰਾਏ ਜੋਧ ਨਿਮਰਤਾ ਵਿੱਚ ਆ ਗਿਆ, ਹੱਥ ਜੋੜ ਕੇ ਕਹਿੰਦਾ, ਸਤਿਗੁਰੂ ਜੀ ਇੱਥੋਂ 3 ਕੋਹ ਦਾ ਰਸਤਾ ਹੈ, 3 ਕੋਹ ਤੇ ਆਪ ਜੀ ਦੇ ਇਸ ਸੇਵਕ ਦਾ ਘਰ ਹੈ। ਕਰੁਣਾ ਕਰੋ ਚਰਨ ਨਿਜ ਪਾਵੋ, ਪਾਵਨ ਹੋਏ ਮੋਹਿ ਮਨ ਭਾਵੋ। ਕਿਰਪਾ ਕਰੋ ਆਪਣੇ ਇਸ ਸੇਵਕ ਦੇ ਘਰ ਵਿੱਚ ਚਰਨ ਪਾਓ। ਜਿੱਥੇ ਆਪ ਜੀ ਨੇ ਇਹ ਤਨ ਮਨ ਪਾਵਨ ਕੀਤਾ ਹੈ, ਉੱਥੇ ਘਰ ਨੂੰ ਵੀ ਪਾਵਨ ਕਰੋ। ਦੇਹੋ ਦਾਸ ਕੋ ਚਲ ਵਡਿਆਏ, ਤਹਾਂ ਕਰੋ ਕੁਛ ਦਿਵਸ ਬਤਾਏ। ਸਤਿਗੁਰੂ ਜੀ ਆਪ ਜੀ ਚੱਲ ਕੇ ਜਾਓਗੇ ਤੇ ਮੈਨੂੰ ਵਡਿਆਈ ਮਿਲੇਗੀ। ਆਪ ਜੀ ਵਡਿਆਈ ਮੈਨੂੰ ਬਖਸ਼ੋ। ਕੁਝ ਦਿਨ ਜਾ ਕੇ ਉੱਥੇ ਰਹੋ, ਸੇਵਾ ਦਾ ਮੌਕਾ ਦਿਓ। ਆਗੇ ਦਹਿਤ ਰਹਿਓ ਬਹੁ ਬਾਰੀ, ਆਗੇ ਕਹਿਤ ਰਹਿਓ ਬਹੁ ਬਾਰੀ। ਦੇਖ ਭਾਉ ਬਹੁ ਕੀਨ ਸਤਿਆਰੀ। ਕਿਉਂਕਿ ਰਾਏ ਜੋਧ ਨੇ ਅੱਜ ਪਹਿਲੀ ਵਾਰੀ ਨਹੀਂ ਕਿਹਾ, ਪਹਿਲੋਂ ਵੀ ਬੇਨਤੀ ਕਈ ਵਾਰੀ ਕਰ ਚੁੱਕਿਆ ਸੀ ਕਿ ਸਤਿਗੁਰੂ ਜੀ ਕਿਰਪਾ ਕਰੋ ਇਸ ਸੇਵਕ ਦੇ ਘਰ ਵੀ ਚਰਨ ਪਾਓ। ਔਰ ਜਦੋਂ ਕਈ ਵਾਰੀ ਇਸ ਤਰ੍ਹਾਂ ਕਿਹਾ, ਗੁਰੂ ਸਾਹਿਬ ਜੀ ਅੱਜ ਕਿਰਪਾ ਦੇ ਘਰ ਵਿੱਚ ਆਏ। ਰਾਏ ਜੋਧ ਦਾ ਪਿਆਰ ਵੇਖ ਕੇ ਗੁਰੂ ਸਾਹਿਬ ਜੀ ਨੇ ਤਿਆਰੀ ਕਰਵਾ ਲਈ। ਸਾਧੂ ਰੂਪ ਚੰਦ ਤਬ ਜਾਨੀ, ਆਏ ਜੋਰ ਕਰ ਗਿਰਾ ਬਖਾਨੀ। ਹੁਣ ਸਤਿਗੁਰੂ ਜੀ ਨੇ ਭਾਈ ਰੂਪੇ ਕੇ ਪਿੰਡ ਤੋਂ ਚੱਲਣਾ ਹੈ, ਤੇ ਭਾਈ ਰੂਪੇ ਨੂੰ ਜਦੋਂ ਪਤਾ ਲੱਗਿਆ ਰੂਪਚੰਦ ਜੀ ਨੂੰ, ਭਾਈ ਸਾਧੂ ਜੀ ਇਹ ਦੋਵੇਂ ਪਿਓ ਪੁੱਤਰ ਆਏ। ਇਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹਮ ਪੇਰਾਵਰ ਸਾਥ ਸਿਧਰ ਹੈ, ਗਣ ਸੇਵਕ ਸਮ ਸੇਵਾ ਕਰੈ ਹੈ।
ਇਹ ਦੋਵੇਂ ਕਹਿੰਦੇ ਨੇ ਸਤਿਗੁਰੂ ਜੀ ਅਸੀਂ ਵੀ ਆਪ ਜੀ ਦੇ ਨਾਲ ਹੀ ਚੱਲਾਂਗੇ। ਜਿੱਥੇ ਆਪ ਜੀ ਦੇ ਹੋਰ ਇੰਨੇ ਸੇਵਕ ਨੇ, ਉਹਨਾਂ ਸੇਵਕਾਂ ਦੇ ਵਿੱਚ ਰਹਿ ਕੇ ਅਸੀਂ ਆਪ ਜੀ ਦੀ ਸੇਵਾ ਕਰਾਂਗੇ, ਸੰਗਤ ਦੀ ਸੇਵਾ ਕਰਾਂਗੇ। ਦਰਸ਼ਨ ਕਰਤ ਰਹਿ ਆਨੰਦ ਹੈ, ਹੋਏ ਜਨਮ ਨਰ ਸਫਲ ਬਿਲੰਦਾ ਹੈ। ਨਾਲੇ ਸੇਵਾ ਨਾਲ ਹੱਥ ਪੈਰ ਸਫਲੇ ਹੋਣਗੇ ਤੇ ਨਾਲੇ ਸਤਿਗੁਰੂ ਜੀ ਆਪ ਜੀ ਦੇ ਦਰਸ਼ਨ ਹਰ ਵੇਲੇ ਹੋਣਗੇ। ਮਨੁੱਖਾ ਜਨਮ ਸਫਲਾ ਹੁੰਦਾ ਰਹੇਗਾ। ਵਿਸ਼ਰਣ ਨਹਿ ਮਨ ਭਾਏ ਹਮਾਰੇ, ਰਾਵਰ ਸੰਗ ਸਦਾ ਸੁਖ ਭਾਰੇ। ਸਤਿਗੁਰੂ ਜੀ ਹੁਣ ਵਿਛੋੜਾ ਜਿਹੜਾ ਪਾਉਣਾ ਨਹੀਂ, ਆਪ ਜੀ ਦੇ ਨਾਲ ਰਹਿ ਕੇ ਆਨੰਦ ਹੀ ਆਨੰਦ ਨੇ, ਸੁੱਖ ਹੀ ਸੁੱਖ ਨੇ। ਸਿਰ ਸਤਿਗੁਰੂ ਕਹਿ ਧੀਰਜ ਦੀਨਾ, ਮੇਰੋ ਸੰਗ ਸਦਾ ਤੁਮ ਲੀਨਾ। ਸਤਿਗੁਰੂ ਜੀ ਨੇ ਉੱਥੇ ਪਾਈ ਰੂਪੇ ਨੂੰ ਤੇ ਪਾਈ ਸਾਧੂ ਨੂੰ ਧੀਰਜ ਦਿੱਤਾ ਕਿ ਭਾਈ ਤੁਹਾਡਾ ਪ੍ਰੇਮ ਸਾਡੇ ਨਾਲ ਹੈ ਤੇ ਸਾਡਾ ਪ੍ਰੇਮ ਤੁਹਾਡੇ ਨਾਲ ਹੈ, ਅਸੀਂ ਸਦਾ ਹੀ ਤੁਹਾਡੇ ਨਾਲ ਹਾਂ। ਕਿਉਂਕਿ ਜਿਹੜਾ ਪ੍ਰੇਮ ਹੈ, ਮੋਹ ਹੈ, ਇਹ ਸਰੀਰਾਂ ਦਾ ਨਹੀਂ ਹੁੰਦਾ, ਇਹ ਤੇ ਅੰਦਰੋਂ ਆਤਮਾ ਦਾ ਹੁੰਦਾ ਹੈ। ਸਰੀਰ ਕਰਕੇ ਭਾਵੇਂ ਅਸੀਂ ਤੁਹਾਡੇ ਤੋਂ ਦੂਰ ਵੀ ਰਹੀਏ, ਪਰ ਅਸੀਂ ਤੁਹਾਡੇ ਨਾਲ ਹੀ ਹਾਂ। ਜੇਨ ਕੇਨ ਥਲ ਕਹੀਐ ਨਾਹੀ, ਅਬ ਤੁਮ ਕਹਿਓ ਮਾਨ ਗੁਰ ਵਾਸੋ ਹੋ। ਕਰੋ ਦੇਗ ਨਿਤ ਜਗਤ ਪ੍ਰਕਾਸ਼ ਹੋ। ਸਤਿਗੁਰੂ ਜੀ ਕਹਿੰਦੇ ਨੇ ਭਾਈ ਹੁਣ ਤੁਸੀਂ ਸਾਡਾ ਕਹਿਣਾ ਮੰਨੋ। ਅਬ ਤੁਮ ਕਹਿਓ ਮਾਨਪੁਰ ਵਾਸੋ, ਕਿ ਤੁਸੀਂ ਸਾਡਾ ਕਹਿਣਾ ਮੰਨ ਕੇ ਇਸ ਪਿੰਡ ਦੇ ਵਿੱਚ ਹੀ ਵਸੋ। ਇੱਥੇ ਲਗਾਤਾਰ ਤੁਸੀਂ ਲੰਗਰ ਲਾਓ, ਸੰਗਤਾਂ ਦੀ ਸੇਵਾ ਕਰੋ। ਬਸ ਇਹੀ ਸਾਡੀ ਸੇਵਾ ਹੈ, ਸਿੱਖਾਂ ਦੀ ਸੇਵਾ ਹੈ ਤੇ ਸਾਡੀ ਸੇਵਾ ਹੈ। ਕਹਿਓ ਤੁਮਾਰੋ ਹੋਵੇ ਸਾਚਾ, ਵਸ ਮੈਂ ਰੱਖੋ ਆਪਣੋ ਬਾਚਾ। ਸਤਿਗੁਰੂ ਜੀ ਕਹਿੰਦੇ ਨੇ ਭਾਈ ਤੁਸੀਂ ਜੋ ਜ਼ੁਬਾਨ ਤੋਂ ਮੁਖ ਤੋਂ ਜੋ ਕਹੋਗੇ ਤੁਹਾਡਾ ਕਹਿਆ ਹੋਇਆ ਸੱਚ ਹੋਏਗਾ। ਇਸ ਕਰਕੇ ਆਪਣੇ ਬਚਨਾਂ ਨੂੰ ਵੀ ਤੁਸੀਂ ਵਸ ਵਿੱਚ ਰੱਖਣਾ ਹੈ ਕਿ ਕਿਸੇ ਨੂੰ ਜਿਹੜਾ ਵੀ ਬਚਨ ਕਰਨਾ ਹੈ ਉਹ ਬਿਨਾਂ ਸੋਚੇ ਸਮਝੇ ਨਹੀਂ ਕਰਨਾ। ਜੋ ਤੁਸੀਂ ਬਚਨ ਕਰੋਗੇ, ਮੁਖ ਤੋਂ ਬੋਲੋਗੇ, ਉਹ ਸੱਚ ਹੋ ਜਾਣਾ ਹੈ। ਬਿਦ ਤੇ ਜਗ ਮੈਂ ਹੈ ਬਹੁ ਵਡਿਆਈ, ਹਲਤ ਪਲਤ ਲਿਓ ਸੁਖ ਸੁਖ ਦਾ ਸਮੁਦਾਈ। ਸਤਿਗੁਰੂ ਜੀ ਕਹਿੰਦੇ ਨੇ ਭਾਈ ਰੂਪੇ ਰੂਪਚੰਦ ਜੀ, ਭਾਈ ਸਾਧੂ ਜੀ, ਕੇਵਲ ਇੱਥੇ ਹੀ ਨਹੀਂ, ਤੁਹਾਡੇ ਤੇ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਵਡਿਆਈ ਹੋਏਗੀ। ਕੇਵਲ ਇੱਥੋਂ ਦੇ ਸੁੱਖ ਨਹੀਂ, ਪਰਲੋਕ ਦੇ ਵਿੱਚ ਵੀ ਤੁਹਾਡੇ ਨਾਲ ਹੀ ਸੁੱਖ ਵਸਣਗੇ। ਕਈ ਰੇਤ ਕੇ ਚਲਤ ਹਮਾਰੇ, ਕਰਬੇ ਜੰਗ ਅਨੇਕ ਪ੍ਰਕਾਰੇ। ਸਤਿਗੁਰੂ ਜੀ ਫਿਰ ਕਹਿੰਦੇ ਨੇ ਕਿ ਭਾਈ ਸਾਡੇ ਕਈ ਰੀਤੀਆਂ ਦੇ ਜਿਹੜੇ ਨੇ ਕੌਤਕ ਨੇ, ਕਈ ਤਰੀਕਿਆਂ ਦੇ ਕੌਤਕ ਨੇ। ਹੁਣ ਅਸੀਂ ਜੰਗ ਵੀ ਕਰਨੇ ਨੇ, ਬਾਹਰੀ ਤੌਰ 'ਤੇ ਅਸੀਂ ਜੰਗ ਵੀ ਕਰਨੇ ਨੇ। ਤੁਰਕ ਸੰਗ ਸੰਗਰਾਮ ਹਮਾਰਾ, ਬਜੇ ਲੋਹ ਪਰ ਲੋਹ ਕਰਾਰਾ। ਕਿ ਇਹਨਾਂ ਤੁਰਕਾਂ ਦੇ ਨਾਲ ਹਜੇ ਜੰਗ ਹੋਰ ਹੋਣੀ ਹੈ, ਲੋਹੇ ਦੇ ਉੱਤੇ ਬੜਾ ਲੋਹਾ ਵੱਜਣਾ ਹੈ। ਸ਼ੁਭ ਸੰਤਨ ਕੀ ਰੀਤ ਤੁਮਾਰੇ, ਸੇਵੋ ਦੇਖ ਸਗਲ ਨਰ ਨਾਰੇ। ਕਿਉਂਕਿ ਜੰਗ ਯੁੱਧ ਤੁਸੀਂ ਕਰ ਨਹੀਂ ਸਕਦੇ, ਪਰ ਤੁਹਾਡੀ ਮਰਿਆਦਾ, ਤੁਹਾਡੀ ਰੀਤ ਸੰਤਾਂ ਦੀ ਤਰ੍ਹਾਂ ਹੈ। ਇਸ ਕਰਕੇ ਤੁਹਾਡੀ ਸੇਵਾ ਇੱਥੇ ਪ੍ਰਵਾਨ ਹੈ, ਤੁਸੀਂ ਇੱਥੇ ਲੰਗਰ ਲਾਓ। ਸੁਣ ਗੁਰ ਆਗਿਆ ਹਿਰਦੇ ਆਨੰਦੇ, ਹੱਥ ਜੋਰ ਪਦ ਪੁੰਨ ਪੁੰਨ ਬੰਦੇ। ਇਹ ਸੁਣ ਕੇ ਦੋਵੇਂ ਪਿਓ ਪੁੱਤਰ ਬੜੇ ਆਨੰਦ ਵਿੱਚ ਨੇ, ਬੜੇ ਪ੍ਰਸੰਨ ਨੇ। ਬਾਰ-ਬਾਰ ਗੁਰੂ ਸਾਹਿਬ ਦੇ ਚਰਨਾਂ 'ਤੇ ਮੱਥਾ ਟੇਕਿਆ। ਰੂਪ ਚੰਦ ਕੇ ਜਨਨੀ ਆਈ, ਪਦ ਅਰਬਿੰਦਨ ਸੋ ਲੋਪਟਾਈ। ਇੰਨੇ ਨੂੰ ਭਾਈ ਰੂਪ ਚੰਦ ਦੀ ਮਾਂ ਵੀ ਆਈ। ਮਾਤਾ ਨੇ ਆ ਕੇ ਸਤਿਗੁਰੂ ਦੇ ਚਰਨਾਂ ਦੇ ਉੱਤੇ ਮੱਥਾ ਰੱਖਿਆ, ਦੋਵੇਂ ਚਰਨ ਘੁੱਟ ਕੇ ਫੜ ਲਏ। ਦੇ ਕਰ ਧੀਰਜ ਪ੍ਰਭੂ ਉਧਾਰੇ, ਭਏ ਤੁਰੰਗਮ ਪਰ ਅਸਵਾਰੇ। ਸਤਿਗੁਰੂ ਜੀ ਨੇ ਰੂਪਚੰਦ ਜੀ ਦੀ ਮਾਤਾ ਨੂੰ ਵੀ ਧੀਰਜ ਦਿੱਤਾ ਹੈ ਕਿ ਧੀਏ ਤੁਸੀਂ ਪਿਆਰ ਕਰਦੇ ਹੋ, ਅਸੀਂ ਤੁਹਾਡੇ ਨਾਲ ਹੀ ਹਾਂ। ਧੀਰਜ ਦੇ ਕੇ ਸਤਿਗੁਰੂ ਜੀ ਘੋੜੇ 'ਤੇ ਸਵਾਰ ਹੋਏ ਨੇ। ਨਾਮ ਜਾਣ ਭਾਈ ਗੁਰ ਧਰਿਓ, ਤਿਸ ਪਰ ਜੀਨ ਪਾਏ ਬੋ ਕਰਿਓ। ਜਿਹੜਾ ਘੋੜਾ ਭਾਈ ਬਿਧੀ ਚੰਦ ਲੈ ਕੇ ਆਇਆ, ਪਹਿਲਾ ਘੋੜਾ ਦਿਲਬਾਗ, ਇਹਦਾ ਨਾਂ ਗੁਰੂ ਸਾਹਿਬ ਜੀ ਨੇ ਭਾਈ ਜਾਣ ਭਾਈ ਰੱਖ ਦਿੱਤਾ ਹੈ। ਇਸੇ ਜਾਣ ਭਾਈ ਤੋਂ ਹੁਣ ਕਾਠੀ ਪਾਈ ਗਈ। ਗੁਰੂ ਸਾਹਿਬ ਜੀ ਨੇ ਇਸੇ 'ਤੇ ਸਵਾਰ ਹੋਣਾ ਹੈ।
जबर जवाहर जाहर जरे जगमग जोत होत शब भरे। ਇਹਦੇ ਉੱਤੇ ਜਿਹੜੀ ਕਾਠੀ ਪਾਈ ਉਹ ਹੀਰੇ ਜਵਾਹਰਾਤ ਜੜੇ ਹੋਏ ਨੇ, ਇਸ ਕਰਕੇ ਜਗਮਗ ਜਗਮਗ ਹੁੰਦੀ, ਬੜੇ ਚਮਕਦੇ ਨੇ। ਨਗ ਮਾਣਕ ਹੀਰੇ ਬਹੁ ਪਰਣ ਲੱਗੇ ਕਿਰਨ ਤੇ ਛੁੱਟਤ ਕਿਰਨ। ਇਹਦੇ 'ਚ ਨਗ ਜੜੇ ਹੋਏ ਨੇ, ਮਾਣਕ ਤੇ ਹੀਰੇ ਨੇ। ਚੀਰੇ ਹੋਏ ਦੇ ਵਿੱਚ ਜਿਹੜੇ ਹੀਰੇ ਲਾਏ ਨੇ ਇਹ ਸੂਰਜ ਦੀ ਕਿਰਨਾਂ ਪੈਣ ਕਰਕੇ ਹੋਰ ਜ਼ਿਆਦਾ ਚਮਕਦੇ ਨੇ। ਬੰਦੇ ਜਗਾ ਜਰਾਉ ਮਾਥੇ ਕਲਗੇ ਤੁੰਗ ਦਿਪਤ ਦੁੱਧ ਸਾਥੇ। ਅੱਜ ਸਤਿਗੁਰੂ ਜੀ ਨੇ ਹੀਰਿਆਂ ਜੜੀ ਕਲਗੀ ਵੀ ਆਪਣੇ ਸਿਰ ਤੇ ਬੰਨੀ ਹੈ। ਸਤਿਗੁਰੂ ਜੀ ਨੇ ਸੋਹਣੀ ਦਸਤਾਰ ਸਜਾਈ ਹੈ। ਬਾਰੇ ਅੰਬਰ ਬਸਤਰੀ ਬੇਰਾਜੈ ਝਾਲਰ ਜਰੇ ਝੁਲਦ ਸੁਭ ਸਾਜੈ। ਸੋਹਣੇ ਕੱਪੜੇ ਦੀ ਬਸਤਰੀ ਬਣੀ ਹੋਈ ਕਾਠੀ ਜਿਹਨੂੰ ਹੀਰੇ ਮੋਤੀ ਜੜੇ ਹੋਏ ਨੇ, ਇਹਦੇ ਉੱਤੇ ਸਤਿਗੁਰੂ ਚੜ੍ਹ ਕੇ ਬਿਰਾਜਮਾਨ ਹੋ ਗਏ ਨੇ। ਰੇਸ਼ਮ ਡੋਰ ਸੰਗ ਡਰਵਾਇਓ ਚਲੇ ਦਾਸ ਕੇ ਹੱਥ ਗਹਾਇਓ। ਰੇਸ਼ਮ ਦੀਆਂ ਡੋਰਾਂ ਨਾਲ ਇੱਕ ਘੋੜਾ ਬੰਨਿਆ ਹੋਇਆ, ਲਗਾਮ ਰੇਸ਼ਮ ਦੀ ਹੈ। ਇਹ ਸੇਵਕ ਨੇ ਹੱਥ ਵਿੱਚ ਫੜੀ। ਗੁਰੂ ਸਾਹਿਬ ਜੀ ਹੌਲੀ ਹੌਲੀ ਚੱਲ ਪਏ। ਜਗ ਜੁਗ ਮਿਲੈ ਹਰਖ ਉਰ ਭਰੈ ਤੋ ਅਸਵਾਰੀ ਹਮ ਇਸ ਕਰੈ। ਸਤਿਗੁਰੂ ਉੱਥੇ ਕਹਿੰਦੇ ਨੇ ਕਿ ਜਦੋਂ ਦੋਵੇਂ ਘੋੜੇ ਪ੍ਰਸੰਨ ਹੋਣਗੇ, ਇੱਕ ਦੂਸਰੇ ਨੂੰ ਮਿਲਣਗੇ, ਪਾਈਆਂ ਦੇ ਤੇ ਸਵਾਰੀ ਅਸੀਂ ਫੇਰ ਹੀ ਕਰਾਂਗੇ। ਹੁਣ ਭਾਵੇਂ ਬਿਲਕੁਲ ਉੱਤੇ ਬੈਠ ਗਏ ਨੇ ਪਰ ਇਹਨੂੰ ਚਲਾਇਆ ਨਹੀਂ। ਅੱਗੋਂ ਸੇਵਕ ਨੇ ਫੜਿਆ ਹੋਇਆ, ਜਿਵੇਂ ਪੈਦਲ ਜਾਂਦੇ ਨੇ ਇਸੇ ਤਰ੍ਹਾਂ ਜਾ ਰਹੇ ਨੇ। ਕਰ ਆਗੇ ਸਤਿਗੁਰੂ ਪਿਆਨੇ ਬਜੋ ਦਮਾਮਾ ਬੜ ਤੁਣ ਠਾਨੇ। ਇਸ ਘੋੜੇ ਨੂੰ ਸੇਵਕ ਹੋਰ ਘੋੜੇ ਤੇ ਬੈਠ ਕੇ ਲਗਾਮ ਫੜਦੇ, ਘੋੜਾ ਹੁਣ ਖਾਲੀ ਹੈ। ਇਸ ਜਾਣ ਪਾਈ ਘੋੜੇ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਅੱਗੇ ਲਾਇਆ। ਉੱਥੇ ਨਗਾਰੇ ਜਿਹੜੇ ਵਜਾਏ ਗਏ, ਕੂਚ ਦੇ ਨਗਾਰੇ ਵੱਜੇ। ਕਰਤ ਬਤਕ ਇਹ ਮੁਖ ਮੁਸਕਾਵਤ ਜੋਧ ਸੰਗ ਇਮ ਪੰਥ ਸੁਹਾਵਤ। ਰਾਏ ਜੋਧ ਨਾਲ ਗੱਲਾਂ ਬਾਤਾਂ ਕਰਦੇ ਹੋਏ, ਮੁਸਕਰਾਉਂਦੇ ਹੋਏ ਗੁਰੂ ਸਾਹਿਬ ਜੀ ਰਸਤੇ ਤੇ ਜਾ ਰਹੇ ਨੇ। ਚੜੇ ਲੰਕ ਪਾਰ ਰਗਬਰਨਾਥ ਕਰਤ ਬਾਰਤਾ ਕਪਲਤ ਸਾਥ। ਤੀਨ ਕੋਸ ਕਾਂਗੜਪੁਰ ਅਹੇ ਗਏ ਤੁਰਤ ਹੈ ਦ੍ਰਿਸ਼ਟੀ ਲਹੇ। ਕਿ ਇੱਥੋਂ ਪਾਈ ਰੂਪੇ ਤੋਂ ਚੱਲੇ ਨੇ। 3 ਕੋਹ ਤੇ ਅੱਗੇ ਕਾਂਗੜ ਸੀ, ਜਿੱਥੇ ਰਾਏ ਜੋਧ ਦਾ ਮਹੱਲ ਹੈ। ਸਤਿਗੁਰੂ ਜੀ ਛੇਤੀ ਦੇ ਨਾਲ ਥੋੜ੍ਹਾ ਪੈਂਦਾ ਸੀ, ਤੈਅ ਕਰਕੇ ਪਹੁੰਚ ਗਏ। ਜੋਧ ਰਾਏ ਕੇ ਮੰਦਰ ਉੱਚੇ ਸਤਿਗੁਰੂ ਹੇਰੇ ਨਿਕਟ ਪਹੁੰਚੇ। ਕਿਉਂਕਿ ਰਾਏ ਜੋਧ ਰਾਜਾ ਹੈ, ਇਸ ਕਰਕੇ ਮੰਦਰ ਭਾਵ ਕੇ ਘਰ ਜਿਹੜੇ ਨੇ ਉੱਚੇ ਉੱਚੇ ਬਣੇ ਹੋਏ ਨੇ, ਬੜੇ ਸੋਹਣੇ ਨੇ। ਗੁਰੂ ਸਾਹਿਬ ਜੀ ਨੇੜੇ ਪਹੁੰਚੇ ਨੇ। ਉਤਮ ਥਲ ਪੁਰ ਤੇ ਜਿਸ ਦਿਸ ਮੈਂ ਲੈ ਡੇਰਾ ਉਤਰ ਆਇਓ ਤਿਸ ਮੈਂ। ਹੁਣ ਨਗਰ ਦੇ ਵਿੱਚ ਜਿਹੜੇ ਪਾਸੇ ਸਭ ਤੋਂ ਸੋਹਣੀ ਉੱਚੀ ਥਾਂ ਹੈ, ਭਾਈ ਰਾਏ ਜੋਧ ਨੇ ਗੁਰੂ ਸਾਹਿਬ ਦਾ ਡੇਰਾ ਉਸ ਪਾਸੇ ਕਰਵਾਇਆ। ਸੁਣ ਕਰ ਜੋਧ ਰਾਏ ਕੇ ਨਾਰੇ ਪਹੁੰਚੇ ਲੈ ਬਹੁ ਭੇਟ ਅਗਾਰੇ। ਹੁਣ ਰਾਏ ਜੋਧ ਦੀ ਪਤਨੀ ਰਾਣੀ ਨੂੰ ਜਦੋਂ ਪਤਾ ਲੱਗਿਆ ਕਿ ਸਤਿਗੁਰੂ ਮੇਰੀ ਪੀਰੀ ਦੇ ਮਾਲਕ ਆਏ ਨੇ, ਉਹ ਵੀ ਛੇਤੀ ਨਾਲ ਭੇਟਾ ਲਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਪਹੁੰਚੀ। ਦਰਸ਼ਨ ਕੀਨ ਬੰਧਨਾ ਚਰਨ ਜਨਮ ਮਰਨ ਦੁੱਖ ਜਿਨ ਕੇ ਹਰਨ। ਕਿ ਜਿਹੜੇ ਰਾਣੀ ਦੇ ਜਨਮ ਮਰਨ ਦੇ ਦੁੱਖ ਗੁਰੂ ਸਾਹਿਬ ਜੀ ਨੇ ਪਹਿਲੋਂ ਕੱਟ ਦਿੱਤੇ ਸਨ, ਕਿਉਂਕਿ ਰਾਏ ਜੋਧ ਦੇ ਨਾਲ ਇਹ ਵੀ ਗੁਰੂ ਸਾਹਿਬ ਜੀ ਕੋਲ ਆਈ ਸੀ ਨਾ। ਇਹ ਵਾਪਸ ਆ ਗਈ, ਰਾਏ ਜੋਧ ਉੱਥੇ ਰਹਿ ਗਿਆ ਸੀ। ਕਹਿੰਦੇ ਇਹਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਜਿਹੜੇ ਜਨਮ ਮਰਨਾਂ ਦੇ ਦੁੱਖ ਕੱਟਦੇ ਨੇ। ਇੱਥੇ ਰਾਏ ਜੋਧ ਦੀ ਪਤਨੀ ਹੁਣ ਨਮਸਕਾਰ ਕਰਕੇ ਬੇਨਤੀਆਂ ਕਰਦੀ ਹੈ। ਰਾਏ ਜੋਧ ਕਰਵਾਏ ਸਡੇਰਾ ਸੇਵਾ ਸਰਬ ਸੰਭਾਰ ਵਡੇਰਾ। ਜਿੱਥੇ ਰਾਏ ਜੋਧ ਨੇ ਡੇਰਾ ਕਰਵਾਇਆ ਹੈ, ਰਾਣੀ ਬੇਨਤੀ ਕਰਦੇ ਕਿ ਸਤਿਗੁਰੂ ਜੀ ਹੁਣ ਕਿਰਪਾ ਕਰਿਓ, ਕੁਝ ਦਿਨ ਇਹ ਸੇਵਾ ਦਾ ਮੌਕਾ ਦਿਓ। ਆਪ ਜੀ ਦੀ, ਆਪ ਜੀ ਦੇ ਸਿੱਖਾਂ ਦੀ, ਸਾਰਿਆਂ ਦੀ ਸੇਵਾ ਅਸੀਂ ਕਰ ਸਕੀਏ। ਨਿਤ ਨੂਤਨ ਚਿਤ ਧਾਰਤ ਭਾਉ ਗੁਰੂ ਪ੍ਰੇਮ ਬਸ ਸਹਿਜ ਸੁਭਾਉ।
ਨਿਤ ਚਿੱਤ ਦੇ ਵਿੱਚ ਨਵਾਂ ਪਿਆਰ ਪੈਦਾ ਹੁੰਦਾ ਰਾਏ ਜੋਤ ਤੇ ਉਹਦੇ ਪਤਨੀ ਦੇ, ਕਿ ਗੁਰੂ ਸਾਹਿਬ ਦਾ ਫਿਰ ਸੁਭਾਅ ਵੀ ਐਸਾ, ਬਿਰਦੀ ਐਸਾ ਹੈ ਕਿ ਪ੍ਰੇਮ ਦੇ ਵਸ ਵਿੱਚ ਉਹ ਆਈ ਜਾਂਦੇ ਨੇ। ਬਸ ਕਰ ਬਾਸਰ ਕਿਤਕ ਬਿਤਾਏ, ਬਣੇ ਸਿੱਖ ਬਹੁ ਦਰਸ਼ਨ ਪਾਏ। ਇੱਥੇ ਉਹਨਾਂ ਦੇ ਪ੍ਰੇਮ ਦੇ ਵਸ ਵਿੱਚ ਰਹਿ ਕੇ ਸਤਿਗੁਰੂ ਜੀ ਨੇ ਕਈ ਦਿਨ ਰਾਏ ਜੋਤ ਦੇ ਘਰ ਵਿੱਚ ਬਤੀਤ ਕੀਤੇ। ਜਿੱਥੇ ਰਾਏ ਜੋਤ ਉਹਦੀ ਪਤਨੀ ਸਿੱਖ ਬਣੇ, ਉੱਥੇ ਬਹੁਤ ਸਾਰੇ ਹੋਰਾਂ ਨੇ ਵੀ ਜਿਹੜੇ ਰਾਜੇ ਦੇ ਮੰਤਰੀ ਨੇ, ਸ਼ੰਤਰੀ ਨੇ, ਪਰਜਾ ਹੈ, ਉਹਨਾਂ ਨੇ ਵੀ ਸਿੱਖੀ ਧਾਰਨ ਕੀਤੀ। ਜੋਤ ਸੰਗ ਸ੍ਰੀ ਸਤਿਗੁਰੇ ਆਪ, ਕਰਤੇ ਰਹਿਤ ਵਾਰਤਾਲਾਪ। ਰਾਏ ਜੋਤ ਦੇ ਨਾਲ ਸਤਿਗੁਰੂ ਜੀ ਆਪ ਕਈ ਤਰ੍ਹਾਂ ਦੀਆਂ ਵਾਰਤਾਲਾਪ ਕਰਦੇ ਨੇ। ਜੰਗ ਜੁੱਧ ਦੀਆਂ ਵਿਸ਼ੇਸ਼ ਤੌਰ 'ਤੇ ਹੁੰਦੀਆਂ ਨੇ। ਕਰੇ ਪ੍ਰਤਿਖਣ ਵਿਧੀਏ ਕੇਰੀ, ਹੈ ਕੋ ਲਿਆਵੇ ਕੋ ਜਿਸ ਬੇਰੀ। ਹੁਣ ਕਈ ਦਿਨ ਲੰਘੇ ਨੇ ਨਾ, ਰਾਏ ਜੋਤ ਵੀ ਕਹਿੰਦਾ ਸਤਿਗੁਰੂ ਜੀ ਬਿਧੀ ਚੰਦ ਦੀ ਹੁਣ ਇੰਤਜ਼ਾਰ ਹੈ, ਕਿ ਘੋੜੇ ਨੂੰ ਲੈ ਕੇ ਆਏਗਾ, ਕਿਸੇ ਵੇਲੇ ਕਿਸੇ ਵੀ ਦਿਨ ਲੈ ਕੇ ਆ ਸਕਦਾ ਹੈ। ਲਸ਼ਕਰ ਤਰਕਣ ਕੋ ਬੋਹ ਹੈ, ਹਮਰੇ ਪਤ ਕਮਸਾਨ ਮਚਾ ਹੈ। ਸਤਿਗੁਰੂ ਕਹਿੰਦੇ ਨੇ ਰਾਏ ਜੋਤ ਘੋੜਾ ਤੇ ਆ ਜਾਣਾ ਹੈ, ਪਰ ਇਹਨਾਂ ਤੁਰਕਾਂ ਦੀ ਸੈਨਾ ਬੜੀ ਹੈ, ਘੋੜੇ ਦੇ ਪਿੱਛੇ ਪਿੱਛੇ ਸੈਨਾ ਵੀ ਆਉਣੀ ਹੈ। ਇੱਥੇ ਕਮਸ਼ਾਨ ਦਾ ਜੰਗ ਯੁੱਧ ਵੀ ਹੋਣਾ ਹੈ, ਕਿ ਰਾਏ ਜੋਤ ਨੂੰ ਪਹਿਲੋਂ ਸਤਿਗੁਰੂ ਜੀ ਹੌਸਲਾ ਦਿੰਦੇ ਨੇ, ਵੇਖੀ ਉਦੋਂ ਲੋੜ ਪੈਣੀ ਤੇਰੀ ਤੇ ਤੇਰੇ 500 ਸਿਪਾਹੀਆਂ ਦੀ ਵੀ, ਕਿ ਇਕੱਲਾ ਘੋੜਾ ਨਹੀਂ ਆਉਣਾ, ਘੋੜੇ ਦੇ ਪਿੱਛੇ ਪਿੱਛੇ ਸੈਨਾ ਵੀ ਬੜੀ ਆਉਣੀ, ਜੰਗ ਵੀ ਬੜਾ ਹੋਣਾ ਹੈ। ਇੱਥੇ ਕਵੀ ਸੰਤੋਖ ਸਿੰਘ ਜੀ ਨੇ ਇਹ ਅਧਿਆਇ ਖਤਮ ਕੀਤਾ ਹੈ। ਅਧਿਆਇ ਨੰਬਰ 34 ਇੱਥੋਂ ਸ਼ੁਰੂ ਕਰਦੇ ਲਿਖਦੇ ਨੇ ਕਿ ਇੱਧਰ ਗੁਰੂ ਸਾਹਿਬ ਜੀ ਰਾਏ ਜੋਤ ਨੂੰ ਕਹਿ ਕੇ ਜੰਗ ਯੁੱਧ ਦੀਆਂ ਤਿਆਰੀਆਂ ਕਰਵਾ ਰਹੇ ਨੇ। ਦੋਹਰਾ ਉਤ ਵਿਧੀਏ ਕੀ ਕਥਾ ਜਿਮ, ਲਿਆਵਣ ਤੁਤਿਆ ਤੁਰੰਗ। ਸੁਣੀਆਂ ਸਰੋਤਾ ਪ੍ਰੇਮ ਧਰ, ਗੁਰ ਕੋ ਸੋ ਜਸ ਉਤੰਗ। ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਸ਼ੁਰੂ ਕਰਦੇ ਲਿਖਦੇ ਨੇ ਕਿ ਇਹ ਸਰੋਤਾ ਜਨੋ, ਕਿ ਉਧਰ ਬੜੇ ਪ੍ਰੇਮ ਨੂੰ ਧਾਰਨ ਕਰਕੇ ਭਾਈ ਬਿਧੀ ਚੰਦ ਜਿਵੇਂ ਦੂਸਰੇ ਘੋੜੇ ਨੂੰ ਲਿਆਉਂਦੇ ਨੇ, ਉਹ ਸਾਰਾ ਪ੍ਰਸੰਗ ਬੜੇ ਪਿਆਰ ਦੇ ਨਾਲ ਸੁਣੋ। ਚੌਪੇ ਸਤਿਗੁਰ ਤੋਂ ਹੋਏ ਬਿਦਾ ਬਿਆਨਾ, ਗਮਨਤ ਦਾਵ ਵਿਚਾਰਤ ਨਾਨਾ। ਜਦੋਂ ਭਾਈ ਬਿਧੀ ਚੰਦ ਸਤਿਗੁਰੂ ਜੀ ਤੋਂ ਵਿਦਿਆ ਲੈ ਕੇ ਲਾਹੌਰ ਨੂੰ ਗਿਆ ਹੈ, ਰਾਹ ਦੇ ਵਿੱਚ ਕਈ ਤਰ੍ਹਾਂ ਦੇ ਉਪਾਅ ਜੁਗਤੀਆਂ ਭਾਈ ਬਿਧੀ ਚੰਦ ਸੋਚਦੇ ਜਾਂਦੇ ਨੇ, ਕਿ ਹੁਣ ਘੋੜੇ ਨੂੰ ਲਿਆਉਣਾ ਤੇ ਕਿਹੜੇ ਢੰਗ ਨਾਲ ਲਿਆਉਣਾ ਹੈ। 3 ਦਿਵਸ ਮੈਂ ਪਹੁੰਚਿਓ ਜਾਏ, ਪੁਰ ਕੇ ਪੌਰ ਸਮੀਪ ਸਥਾਈ। 3 ਦਿਨ ਦੇ ਵਿੱਚ ਭਾਈ ਬਿਧੀ ਚੰਦ ਲਾਹੌਰ ਪਹੁੰਚਿਆ, ਲਾਹੌਰ ਨਜ਼ਰ ਆਇਆ। ਸਭ ਸਤਿਗੁਰ ਕੇ ਨਾਮ ਉਚਾਰੇ, ਕਰ ਅਰਦਾਸ ਧਰਾ ਸਿਰ ਧਾਰੇ। ਹੁਣ ਸ਼ਹਿਰਾਂ ਦੇ ਆਮ ਹੀ ਦਰਵਾਜ਼ੇ ਬਣੇ ਹੁੰਦੇ ਨੇ, ਵੱਡਾ ਸਾਰਾ ਗੇਟ ਲਿਖ ਕੇ ਲਾਇਆ ਹੁੰਦਾ ਹੈ, ਆਉਣ ਵਾਲੇ ਨੂੰ ਜੀ ਆਇਆਂ ਕਿਹਾ ਜਾਂਦਾ ਹੈ। ਹੁਣ ਜਿੱਥੇ ਇਹ ਨਗਰ ਦਾ ਵੱਡਾ ਗੇਟ ਬਣਿਆ ਹੋਇਆ ਹੈ, ਭਾਈ ਬਿਧੀ ਚੰਦ ਇੱਥੇ ਪਹੁੰਚਿਆ, ਘੋੜੇ ਤੋਂ ਉਤਰਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ 6ਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਨਾਮ ਲੈ ਕੇ ਅਰਦਾਸ ਕੀਤੀ ਗਈ। ਅੰਗ ਸੰਗ ਪ੍ਰਭ ਬਣੋ ਸਹਾਈ, ਪੂਰੋ ਇਹ ਕਾਰਜ ਸਹਸਾਈ। ਸਾਰੇ ਗੁਰੂ ਸਾਹਿਬਾਨਾਂ ਦਾ ਨਾਮ ਲੈ ਕੇ ਭਾਈ ਬਿਧੀ ਚੰਦ ਕਹਿੰਦਾ ਸਤਿਗੁਰੂ ਜੀ ਇਹ ਆਪ ਜੀ ਦਾ ਕਾਰਜ ਹੈ, ਕਿਰਪਾ ਕਰਿਓ ਸੇਵਕ ਦੇ ਅੰਗ ਸੰਗ ਰਹਿ ਕੇ ਇਸ ਕਾਰਜ ਨੂੰ ਸਿਰੇ ਚੜਾ ਲਿਓ। ਏਮ ਕਹੇ ਅੰਤਰ ਜਾਏ ਪ੍ਰਵੇਸ਼ਾ, ਕਹਿਓ ਜਹਾਂ ਧਰਮਸਾਲ ਵਿਸ਼ੇਸ਼ਾ। ਉਰੇ ਹਰ ਇੱਕ ਸਿੱਖ ਕਰਦਾ ਹੈ, ਚਾਹੀਦਾ ਹੈ, ਕੰਮ ਛੋਟਾ ਹੋਵੇ ਚਾਹੇ ਵੱਡਾ ਹੋਵੇ, ਕੰਮ ਚਾਹੇ ਵਿਆਹ ਦਾ ਹੋਵੇ ਤੇ ਚਾਹੇ ਮੌਤ ਦਾ ਹੋਵੇ, ਕਿਉਂਕਿ ਸਿੱਖ ਦੀ ਤੇ ਅਰਦਾਸ ਹੀ ਗੁਰੂ ਦੇ ਅੱਗੇ ਹੈ ਨਾ। ਔਰ ਆਪਾਂ ਪਾਵਨ ਬਚਨ ਵੀ ਸਤਿਗੁਰੂ ਜੀ ਦੇ ਪੜ੍ਹਨੇ ਆ ਕਿ ਮੈਂ ਤਾਣ ਦੀ ਬਾਣ ਤੂੰ ਹੈ ਮੇਰਾ ਸੁਆਮੀ, ਮੈਂ ਤੁਦੇ ਅੱਗੇ ਅਰਦਾਸ, ਮੈਂ ਹੋਰ ਥਾਉ ਨਾਹੀਂ, ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ।
ਦੁੱਖ ਹੋਵੇ ਸੁੱਖ ਹੋਵੇ, ਛੋਟਾ ਹੋਵੇ ਚਾਹੇ ਵੱਡਾ ਹੋਵੇ, ਜਦੋਂ ਗੁਰੂ ਦੇ ਚਰਨਾਂ ਵਿੱਚ ਫਿਰ ਭਰੋਸੇ ਨਾਲ ਅਰਦਾਸ ਕੀਤੀ ਜਾਏ ਨਾ ਕਿ ਸਤਿਗੁਰੂ ਜੀ ਕਾਰਜ ਆਪ ਜੀ ਦਾ ਹੀ ਹੈ, ਅਸੀਂ ਤਾਂ ਸੇਵਾ ਕਰਨੀ, ਸਿਰ 'ਤੇ ਮਿਹਰ ਭਰਾ ਹੱਥ ਰੱਖ ਕੇ ਕਰਾ ਲਿਓ। ਔਰ ਜਿਨ੍ਹਾਂ ਨੂੰ ਭਰੋਸਾ ਹੋਵੇ ਫਿਰ ਭਰੋਸੇ ਨੂੰ ਭਾਗ ਲੱਗਦੇ ਨੇ, ਕਾਰਜ ਹੁੰਦੇ ਨੇ, ਅੱਜ ਵੀ ਹੁੰਦੇ ਨੇ। ਇਹ ਅਰਦਾਸ ਬੇਨਤੀ ਕੀਤੀ, ਦਰਵਾਜ਼ੇ ਤੋਂ ਅੰਦਰ ਪ੍ਰਵੇਸ਼ ਕਰ ਗਿਆ। ਗਇਓ ਜਹਾਂ ਧਰਮਸਾਲ ਵਿਸ਼ੇਸ਼ਾ, ਲਾਹੌਰ ਦੇ ਵਿੱਚ ਸਭ ਤੋਂ ਪਹਿਲਾਂ ਉੱਥੇ ਗਿਆ ਜਿੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ, ਧਰਮਸ਼ਾਲਾ ਬਣਵਾਈ ਸੀ। ਗੁਰੂ ਰਾਮਦਾਸ ਜੀ ਦਾ ਜਿਹੜਾ ਘਰ ਸੀ ਉਸ ਥਾਂ 'ਤੇ ਪਹੁੰਚਿਆ। ਪੈਰੇ ਪੈਣਾ ਕਹਿ ਸਭ ਸਾਥ, ਬੈਠਿਓ ਸਿਮਰਤ ਸਤਿਗੁਰੂ ਨਾਥ। ਕਿਉਂਕਿ ਸੁਭਾਵਕ ਹੈ ਧਰਮਸ਼ਾਲਾ ਦੇ ਵਿੱਚ ਫਿਰ ਸਿੱਖ ਤੇ ਹਰ ਵੇਲੇ ਰਹਿੰਦੇ ਨੇ। ਅੱਜ ਦੇ ਸਮੇਂ ਨੂੰ ਗੁਰਦੁਆਰਾ ਕਹਿ ਲਈਏ। ਭਾਈ ਬਿਧੇ ਚੰਦ ਗਿਆ, ਸਿੱਖ ਅੱਗੇ ਬੈਠੇ ਹੋਏ ਨੇ। ਸਿੱਖਾਂ ਨੂੰ ਵੇਖ ਕੇ ਉਸ ਵੇਲੇ ਦੀ ਫਤਿਹ ਇਸੇ ਤਰ੍ਹਾਂ ਸੀ ਕਿ ਪੈਰੀ ਪਾਉਣਾ, ਪੈਰੀ ਪੈਣਾ ਕਿਹਾ ਹੈ, ਆਪਣੇ ਮਾਲਕ ਨੂੰ ਯਾਦ ਕੀਤਾ ਹੈ। ਜਿਤਕ ਸਿੱਖ ਤਹਿ ਕਰ ਕਰ ਨਮੋ, ਸਨਮਾਨਿਓ ਸਭ ਨੇ ਤਹਿ ਸਮੋ। ਕਿਉਂਕਿ ਭਾਈ ਬਿਧੀ ਚੰਦ ਨੂੰ ਸਾਰੇ ਜਾਣਦੇ ਸਨ। ਜਿੰਨੇ ਸਿੱਖ ਸਨ ਸਾਰਿਆਂ ਨੇ ਵਾਰੀ ਵਾਰੀ ਭਾਈ ਬਿਧੀ ਚੰਦ ਨੂੰ ਪੈਰੀ ਪਾਉਣਾ ਕਹਿ ਕੇ ਨਮਸਕਾਰ ਕੀਤੀ, ਬੜਾ ਸਤਿਕਾਰ ਕੀਤਾ। ਆਇਓ ਸੰਧਿਆ ਮਹਿਬਤਵਾਨ, ਪਸਰ ਪਰਿਓ ਤਮ ਤੁਰਤ ਮਹਾਨ। ਕਿਉਂਕਿ ਭਾਈ ਬਿਧੀ ਚੰਦ ਸ਼ਾਮ ਦੇ ਸਮੇਂ ਪਹੁੰਚਿਆ ਸੀ ਕਿ ਬਸ ਹਨੇਰਾ ਵੀ ਉਦੋਂ ਹੀ ਪੈਣਾ ਸ਼ੁਰੂ ਹੋਇਆ। ਥੋੜ੍ਹੀ ਦੇਰ 'ਚ ਹਨੇਰਾ ਪੈ ਗਿਆ। ਕੁਸ਼ਲ ਛੇਮ ਬੂਝੇ ਰੋ ਬਤਾਈ, ਖਾਣ ਪਾਣ ਸ਼ੁਭ ਕੀਣਤ ਦਾਈ। ਰਾਜੀ ਬਾਜੀ ਪੁੱਛੀ ਗਈ। ਸ਼ਾਮ ਨੂੰ ਸੋਦਰ ਦਾ ਪਾਠ ਹੋਇਆ, ਲੰਗਰ ਪਾਣੀ ਕੋਈ ਛਕਿਆ ਛਕਾਇਆ। ਇਤਨੇ ਵਿਖੈ ਫਿਰਤ ਢੰਡੋਰਾ, ਆਇਓ ਧਰਮਸਾਰ ਕੀ ਓਰਾ। ਹੁਣ ਲੰਗਰ ਪਾਣੀ ਛਕ ਲਿਆ, ਉਹਨੇ ਨੂੰ ਢੋਲ ਵਜਾਉਂਦਾ ਹੋਇਆ ਨਾ, ਢੰਡੋਰਾ ਪਿੱਟਦਾ ਹੋਇਆ ਢੰਡੋਰੀਆ ਆਇਆ। ਧਰਮਸ਼ਾਲਾ ਦੇ ਨੇੜੋਂ ਲੰਘਦਾ ਅਤੇ ਢੰਡੋਰਾ ਕਹਦਾ ਪਿੱਟਦਾ। ਕਹਿਤ ਫਿਰਤ ਇਮ ਊਚ ਪੁਕਾਰੈ, ਜੋ ਨਰ ਖੋਜ ਤੁਰੰਗਮ ਡਾਰੈ। ਇਹ ਢੰਡੋਰਾ ਪਿੱਟ ਰਿਹਾ ਕਿ ਜਿਹੜਾ ਕੋਈ ਖੋਜੀ ਹੈ ਘੋੜੇ ਦੀ ਕੋਈ ਖੋਜ ਕਰ ਸਕਦਾ ਹੋਵੇ। ਮੁਖ ਮੰਗਿਓ ਹਜ਼ਰਤ ਤੇ ਪਾਵੈ, ਜੋ ਚਾਹੇ ਕਾਰਜ ਬਣਵਾਵੈ। ਇਹ ਆਪ ਜੀ ਨੇ ਪਿਛਲੇ ਪ੍ਰਸੰਗਾਂ ਵਿੱਚ ਸੁਣਿਆ ਨਾ ਜੀ ਕਿ ਜਹਾਂਗੀਰ ਨੇ ਕਹਿ ਦਿੱਤਾ ਸੀ ਨਗਰ ਨਗਰ ਸ਼ਹਿਰ ਸ਼ਹਿਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਢੰਡੋਰੇ ਪਟਾ ਦਿਓ। ਜਿੰਨੇ ਜੋਤਸ਼ੀ ਨੇ, ਜਿੰਨੇ ਨਜੂਮੀਏ ਨੇ, ਮੌਲਵੀ ਨੇ, ਇਹ ਵਿੱਦਿਆ ਜਾਣਦੇ ਨੇ, ਸਾਰਿਆਂ ਨੂੰ ਬੁਲਾ ਲਓ। ਕੋਈ ਤਾਂ ਦੱਸੇਗਾ ਨਾ ਘੋੜੇ ਬਾਰੇ। ਹੁਣ ਇਹ ਉੱਚਾ ਉੱਚਾ ਬੋਲਦਾ ਜਾਂਦਾ ਹੈ ਕਿ ਜੋ ਵੀ ਮੂੰਹ ਤੋਂ ਮੰਗੇਗਾ, ਜਿਹੜਾ ਘੋੜੇ ਦੀ ਖੋਜ ਦੱਸੇਗਾ, ਜੋ ਚਾਹੇ ਕਾਰਜ ਬਣਵਾਵੇ ਬਾਦਸ਼ਾਹ ਤੋਂ, ਉਹ ਜੋ ਵੀ ਚਾਹੁੰਦਾ ਹੋਵੇ ਬਾਦਸ਼ਾਹ ਦਾ ਹਰ ਇੱਕ ਕੰਮ ਕਰੇਗਾ, ਜੋ ਮੰਗੇਗਾ ਉਹ ਇਨਾਮ ਮਿਲੇਗਾ। ਬਿਧੀ ਚੰਦ ਬੂਝੇ ਸਿਖ ਤਹਾਂ, ਇਹ ਕਿਆ ਬੋਲਤ ਉੱਚੇ ਮਹਾ। ਔਰ ਭਾਈ ਬਿਧੀ ਚੰਦ ਉੱਥੇ ਸਿੱਖਾਂ ਨੂੰ ਪੁੱਛਦੇ ਨੇ, ਭਾਈ ਇਹ ਢੋਲ ਵਾਲਾ, ਨਗਾਰੇ ਵਾਲਾ, ਇਹ ਉੱਚੇ ਉੱਚੇ ਕੀ ਬੋਲਦਾ ਜਾਂਦਾ ਹੈ ਕਿ ਜਿਵੇਂ ਭਾਈ ਬਿਧੀ ਚੰਦ ਨੂੰ ਕੁਝ ਪਤਾ ਹੀ ਨਹੀਂ। ਔਰ ਜਿਹੜੇ ਸਿੱਖ ਨੇ ਉੱਥੇ ਧਰਮਸ਼ਾਲਾ 'ਚ ਉਹ ਵੀ ਨਹੀਂ ਜਾਣਦੇ ਕਿ ਘੋੜਾ ਪਹਿਲਾਂ ਭਾਈ ਬਿਧੀ ਚੰਦ ਦੀ ਸੇਵਾ ਕਰ ਗਿਆ। ਤੈਨੂੰ ਸਰਬ ਬਿਰਤਾਂਤ ਸੁਣਾਇਓ, ਸ਼ਾਹ ਤੁਰੰਗਮ ਕਿਸੇ ਚੁਰਾਇਓ। ਔਰ ਸਿੱਖਾਂ ਨੇ ਫਿਰ ਜੋ ਕੁਝ ਸੁਣਿਆ ਸੀ ਉਹ ਸਾਰਾ ਕੁਝ ਦੱਸਿਆ ਕਿ ਕਿਸੇ ਨੇ ਬਾਦਸ਼ਾਹ ਸ਼ਾਹਜਹਾਂ ਦਾ ਘੋੜਾ ਕਿਲੇ ਦੇ ਵਿੱਚੋਂ ਚੋਰੀ ਕਰ ਲਿਆ। ਸਪਤ ਦਿਵਸ ਬੀਤੇ ਹੈ ਗਏ, ਦਿਨ ਚਾਰਕ ਇਹ ਕਹਿਤ ਸੁਣਾਏ ਕਿ ਘੋੜੇ ਨੂੰ ਚੋਰੀ ਕੀਤੇ ਨੂੰ 7 ਦਿਨ ਅੱਜ ਹੋ ਗਏ ਨੇ, ਅਤੇ 4 ਦਿਨਾਂ ਤੋਂ ਅਸੀਂ ਰੋਜ਼ ਇਸ ਜਿਹੜਾ ਇਹ ਢੰਡੋਰਾ ਪਿੱਟਣ ਵਾਲਾ ਹੁੰਦਾ ਇਹਦੇ ਤੋਂ ਰੋਜ਼ ਸੁਣੀਦਾ ਕਿ ਕੋਈ ਖੋਜੀ ਹੋਵੇ, ਖੋਜ ਕਰਨ ਵਾਲਾ ਹੋਵੇ, ਨਜੂਮੀਆ ਹੋਵੇ, ਜੋਤਸ਼ੀ ਹੋਵੇ। ਖੋਜ ਨਾ ਪਾਏ ਹਾਰ ਸਭ ਰਹੇ, ਪਿੱਛੇ ਢਿੰਡਮ ਦੇ ਇਮ ਕਹੇ। ਬੜੇ ਖੋਜੀਏ ਨਜੂਮੀਏ ਆਏ ਵੀ ਬੜੇ, ਪਰ ਭਾਈ ਬਿਧੀ ਚੰਦ ਜੀ ਕਿਸੇ ਨੂੰ ਖੋਜ ਦਾ ਪਤਾ ਹੀ ਨਹੀਂ ਲੱਗਿਆ।
ਸਾਰੇ ਆਪਣੀ ਜੋਤਿਸ਼ ਵਿੱਦਿਆ ਵੀ ਲਾ ਕੇ ਹਾਰ ਗਏ। ਬਸ ਇਹ ਪਿੱਛੇ ਢੰਡੋਰੀ ਰਹਿ ਜਾਂਦਾ ਹੈ ਵਿਚਾਰਾ। ਫਿਰ ਅਗਲੇ ਦਿਨ ਢੰਡੋਰਾ ਫਿਰ ਪਿੱਟਦਾ, ਕੋਈ ਹੋਰ ਹੈ, ਕੋਈ ਜੋਤਿਸ਼ ਹੋਰ ਹੈ। ਮੁਖ ਮੰਗਿਓ ਹਜ਼ਰਤ ਤੇ ਲੇਹ, ਜੋ ਨਰ ਖੋਜ ਤੁਰੰਗਮ ਦੇਹ। ਇਹ ਰੋਜ਼ ਹੀ ਕਹਿੰਦਾ ਹੈ ਕਿ ਹਜ਼ਰਤ ਤੋਂ ਜੋ ਵੀ ਮੁਖ ਤੋਂ ਮੰਗੇਗਾ ਉਹ ਹੀ ਮਿਲੇਗਾ, ਪਰ ਕੋਈ ਕੋੜਾ ਲੱਭ ਕੇ ਦੇ ਦੇ, ਕੋੜੇ ਦੀ ਖੋਜ ਦੱਸ ਦੇ। ਸੁਣ ਵਿਦਿਆ ਬਹੁ ਭਾਂਤ ਵਿਚਾਰੈ, ਕੌਣ ਦਾਵ ਤੇ ਦੁਤੀ ਨਿਕਾਰੈ। ਹੁਣ ਇਹ ਗੱਲ ਸੁਣਦਿਆਂ ਨਾਲ ਭਾਈ ਬਿਧੀ ਚੰਦ ਦੇ ਫਿਰ ਅੰਦਰ, ਕਿਉਂਕਿ ਰਾਹ ਵਿੱਚ ਕੁਝ ਹੋਰ ਸਕੀਮਾਂ ਸੋਚਦੇ ਹੁੰਦੇ ਸਨ, ਪਰ ਇੱਥੇ ਭਾਈ ਬਿਧੀ ਚੰਦ ਕਹਿੰਦੇ ਇੱਥੇ ਤਾਂ ਕੋਈ ਜੁਗਤੀ ਹੋਰ ਲਾਉਣੀ ਪਏਗੀ ਕਿ ਦੂਜੇ ਕੋੜੇ ਨੂੰ ਲੈ ਕੇ ਜਾਣਾ ਹੈ, ਬਸ ਇੱਥੋਂ ਕੋਈ ਜੁਗਤੀ ਲੱਭਣੀ ਪੈਣੀ ਹੈ। ਪੂਰਬ ਸਮ ਅਬ ਰਹਿਓ ਨਾ ਜਾਏ, ਕਿਉਂ ਗਵਣੋਂ ਬਾਜੇ ਜਿਸ ਥਾਈ। ਕਿਉਂਕਿ ਪਹਿਲਾਂ ਦੀ ਤਰ੍ਹਾਂ ਹੁਣ ਨੌਕਰ ਬਣ ਕੇ ਤੂੰ ਉੱਥੇ ਰਿਹਾ ਨਹੀਂ ਜਾਣਾ। ਪਹਿਲੋਂ ਤੇ ਉਹ ਭੁਲੇਖੇ 'ਚ ਪੈ ਗਏ ਸਨ, ਪਰ ਹੁਣ ਨਹੀਂ ਉਹਨਾਂ ਰੱਖਣਾ। ਹੁਣ ਕੋਈ ਜੁਗਤੀ ਹੋਰ ਲਾਉਣੀ ਪੈਣੀ ਹੈ। ਕਿਵੇਂ ਗਵਣੋਂ ਬਾਜੇ ਜਿਸ ਥਾਈ, ਜਿੱਥੇ ਦੂਜਾ ਕੋੜਾ ਹੈ ਉੱਥੇ ਕਿਵੇਂ ਪਹੁੰਚਿਆ ਜਾਏ। ਨਿਸ ਮੈਂ ਨਹੀਂ ਪ੍ਰਵੇਸ਼ਨ ਪਾਵੋ, ਜਿਮ ਕਿਮ ਬਰੋ ਨਾ ਪੁੰਨ ਨਿਕਸਾਵੋ। ਕਿ ਜੇ ਮੈਂ ਉੱਥੋਂ ਤੱਕ ਪਹੁੰਚ ਵੀ ਗਿਆ, ਇਹ ਵੀ ਗੱਲ ਪੱਕੀ ਕਿ ਰਾਤ ਦੇ ਸਮੇਂ ਤੇ ਹੁਣ ਕੋੜਾ ਬਿਲਕੁਲ ਹੀ ਨਹੀਂ ਕੱਢਿਆ ਜਾ ਸਕਦਾ, ਕਿਉਂਕਿ ਰਾਤ ਨੂੰ ਉਹਨਾਂ ਕਈ ਗੁਣਾ ਵੱਧ ਚੌਕਸੀ ਕਰ ਦਿੱਤੀ ਹੋਣੀ ਹੈ। ਜਿਮ ਕਿਮ ਬਰੋ ਨਾ ਪੁੰਨ ਨਿਕਸਾਉ, ਪਰ ਮੈਂ ਜਿਵੇਂ ਕਿਵੇਂ ਕਰਕੇ ਕਰੀ ਕਿਲੇ ਵਿੱਚ ਵੜ ਜਾਵਾਂ ਸਹੀ, ਪਰ ਗੁਰੂ ਕਿਰਪਾ ਰੱਖਣ ਤੇ ਫਿਰ ਉੱਥੋਂ ਮੈਂ ਖਾਲੀ ਨਹੀਂ ਨਿਕਲਦਾ। ਇਹ ਗੱਲ ਪੱਕੀ ਕਿ ਕੋੜਾ ਰਾਤ ਨੂੰ ਤੇ ਨਹੀਂ ਨਿਕਲ ਸਕਦਾ। ਸਾਵਧਾਨ ਹੈ ਸੁਪੱਟ ਹਜ਼ਾਰੋਂ, ਅਟਕਾਵੇ ਕੇਤਕ ਤਬ ਮਾਰੋ। ਕਿਉਂਕਿ ਹੁਣ ਹਜ਼ਾਰਾਂ ਹੀ ਸੂਰਮੇ ਜਿਹੜੇ ਨੇ ਉਹ ਸਾਵਧਾਨ ਹੋ ਕੇ ਰਹਿੰਦੇ ਹੋਣਗੇ, ਤੇ ਜੇ ਕਿਸੇ ਨੇ ਮੈਨੂੰ ਇੱਕ ਵਾਰੀ ਅੰਦਰ ਵੜ ਗਿਆ, ਕੂੜੇ ਕੱਢਦੇ ਨੂੰ ਰੋਕਿਆ, ਤੇ ਮੈਂ ਮਾਰਾਂਗਾ ਤੇ ਬੜਿਆ ਨੂੰ, ਪਰ ਫਿਰ ਮੈਂ ਰੁਕਣਾ ਨਹੀਂ। ਨਹੀਂ ਜਾਣਦਾ ਹੈ ਇਸ ਰੀਤ, ਪਕਰੇ ਪਰਹੇ ਗਰੇ ਵਿਪਰੀਤ। ਭਾਵੇਂ ਮੈਂ ਕਈਆਂ ਨੂੰ ਮਾਰ ਦਿਆਂਗਾ, ਗੱਡੀ ਚੜ੍ਹ ਦਿਆਂਗਾ, ਪਰ ਇਹ ਗੱਲ ਪੱਕੀ ਹੈ ਕਿ ਇਸ ਤਰ੍ਹਾਂ ਮੈਂ ਜਾਣ ਨਹੀਂ ਦੇਣਾ, ਕਿਉਂਕਿ ਹਜ਼ਾਰਾਂ ਲੱਖਾਂ ਨੇ ਕਿਹਨੂੰ ਮਾਰਾਂਗਾ, ਕਿੰਨਿਆਂ ਨੂੰ ਮਾਰਾਂਗਾ। ਪਕਰੇ ਪਰੇ ਗਰੇ ਵਿਪਰੀਤ, ਤੇ ਜੇ ਫੜੇ ਗਏ ਤੇ ਇਹ ਬਿਪਤਾ ਉਲਟੀ ਪੈ ਜਾਣੀ ਹੈ। ਸੋ ਬਲ ਮਤ ਉਪਾਏ ਹੋਏ ਰੂਰਾ, ਜਿਸ ਤੇ ਕਾਜ ਲਹੇ ਕਰ ਪੂਰਾ। ਕਿਉਂਕਿ ਲੜਾਈ ਕਰਕੇ ਇਹਨਾਂ ਨੂੰ ਮਾਰ ਕੇ ਤੇ ਕੂੜਾ ਨਹੀਂ ਜਾ ਸਕਦਾ, ਸ਼ਕਤੀ ਨਾਲ ਤਾਕਤ ਨਾਲ ਨਹੀਂ, ਇਹ ਦਿਮਾਗ ਦੀ ਸ਼ਕਤੀ ਨਾਲ, ਦਿਮਾਗ ਦੀ ਤਾਕਤ ਨਾਲ ਜਾ ਸਕਦਾ ਹੈ। ਇਹ ਹੁਣ ਉਪਾਅ ਕਿਵੇਂ ਬਣੇ, ਇਸ ਕਾਰਜ ਨੂੰ ਪੂਰਾ ਕਰਨਾ ਕਿਵੇਂ ਹੋਵੇ। ਬਿਗੜ ਜਾਏ ਕਾਰਜ ਮੈਂ ਮਰੂੰ, ਗੁਰ ਅਪਵਾਦ ਜਗਤ ਮੈਂ ਕਰੂੰ। ਮੈਨੂੰ ਆਪਣੀ ਮੌਤ ਦਾ ਡਰ ਕੋਈ ਨਹੀਂ, ਜੇ ਮੈਂ ਮਾਰਿਆ ਵੀ ਗਿਆ ਤੇ ਮੇਰਾ ਕੋਈ ਨਹੀਂ, ਪਰ ਇਹਦੇ 'ਚ ਜਗਤ ਵਿੱਚ ਗੁਰੂ ਦੀ ਨਿੰਦਿਆ ਹੋਏਗੀ ਕਿ ਗੁਰੂ ਨੇ ਤੋਰਿਆ ਸੀ, ਗੁਰੂ ਤੇ ਮਾਣ ਕਰਕੇ ਬਿਧੀ ਚੰਦ ਗਿਆ ਸੀ ਤੇ ਬਿਧੀ ਚੰਦ ਕੋੜਾ ਹੀ ਨਹੀਂ ਲਿਆ ਸਕਿਆ, ਪਹਿਲੋਂ ਮਾਰਿਆ ਗਿਆ ਹੈ। ਇਸ ਕਰਕੇ ਤਨ ਦੀ ਤਾਕਤ ਨਹੀਂ ਵਿਖਾਉਣੀ, ਦਿਮਾਗ ਦੀ ਤਾਕਤ ਲਾਉਣੀ ਕਿ ਕਿਵੇਂ ਲੱਗ ਸਕਦੀ, ਔਰ ਜਿਵੇਂ ਜੁਗਤੀ ਲੱਗੇਗੀ, ਜਿਵੇਂ ਭਾਈ ਬਿਧੀ ਚੰਦ ਉੱਤੇ ਪਹੁੰਚਣਗੇ। ਇਹ ਸਾਰਾ ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਵਿਚਾਰਾਂਗੇ। ਸਮੇਂ ਦੇ ਮੁਤਾਬਕ ਇਤਨੀ ਬੇਨਤੀ ਪ੍ਰਵਾਨ ਕਰਨੀ ਜੀ ਹੋਈਆਂ ਫੁੱਲਾਂ ਦੀ ਖਿਮਾ। ਆਓ ਇੱਕ ਦੋ ਵਾਰੀ ਰਸਨਾ ਨੂੰ ਕਰੀਏ ਪਵਿੱਤਰ ਜੀ, ਫਿਰ ਸਮਾਪਤੀ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ